हेलो एवरीवन, जय हिंद एंड अ वेरी वार्म वेलकम टू पंजाब सक्सेस मंत्रा। आज के सेशन में हम डिस्कस करेंगे इंडियन इकोनॉमी से रिलेटेड आपका एक मेंस का करंट अफेयर का इशू। So recently you must have seen that the various newspapers carried a news that finance ministry has decided to provide clearance to issuing sovereign green bonds। तो हमारे लिए जानना क्या जरूरी है, ਸਾਡੇ ਲਈ जानना जरूरी है कि भाई ये ग्रीन बॉन्ड्स की ਹੁੰਦੇ ਨੇ एंड व्हाट आर दीज sovereign green bonds, राइट। बट बिफोर वी बिगिन एक बार ਤੁਸੀਂ ਆਪਣਾ ਵੀਕਲੀ ਸ਼ਡਿਊਲ ਦੇਖ ਸਕਦੇ ਹੋ, ਇਹਦੀ ਸਨੈਪਸ਼ਾਟ ਲੈ ਸਕਦੇ ਹੋ ਐਂਡ ਆਈ ਹੋਪ ਯੂ ਆਰ ਟੇਕਿੰਗ ਐਬਸੋਲੂਟ ਐਡਵਾਂਟੇਜ ਫਰਮ these different initiatives which are being run by Punjab Success Mantra for different exams which are being taken by the Punjab government, right? So Punjab Sarkar, we all know it is focusing it is giving great number of attention to conducting different examinations, inducting people into government jobs on different designations on different posts। All right, सो लेट्स गेट इनटू द इशू स्ट्रेट। देखो, ग्रीन बॉन्ड्स को लेके क्या डेवलपमेंट हुई है, इशू क्या है न्यूज में कि सरकार की तरफ से फाइनेंस मिनिस्ट्री ने डिक्लेयर किया है, फाइनलाइज कर दिया है कि फ्रेमवर्क जिसके तहत दे आर गोइंग टू इशू सॉवरेन ग्रीन बॉन्ड्स इन लाइन विद ग्लोबल स्टैंडर्ड्स, राइट। सो ਇਹ ਬਜਟ ਵਿੱਚ ਵੀ ਇਸ ਸਾਲ ਅਨਾਉਂਸ ਕੀਤਾ ਸੀ ਸਰਕਾਰ ਨੇ, ਜਿਹੜਾ ਕੇਂਦਰ ਦਾ ਬਜਟ ਆਇਆ ਸੀ, ਯੂਨੀਅਨ ਬਜਟ ਸੀਗਾ ਫॉर 2022 2023 2022-23 ਲਈ ਜਿਹੜਾ ਬਜਟ ਅਨਾਉਂਸ ਕੀਤਾ ਸੀ, ਉਹਦੇ ਵਿੱਚ ਵੀ ਫਾਈਨੈਂਸ ਮਿਨਿਸਟਰ ਹੈਡ ਅਨਾਉਂਸਡ that they will come up, they will soon issue in this financial year sovereign green bonds। so what are these bonds, what are the advantages, ਇਹਨਾਂ ਦੇ ਫਾਇਦੇ ਕੀ ਨੇ ਤੇ ਦੁਨੀਆ ਵਿੱਚ ਕਿੱਦਾਂ ਕਿਹੜੇ ਕੰਟਰੀਜ਼ ਨੇ ਪਹਿਲਾਂ ਵੀ bonds, green bonds, sovereign green bonds ਇਸ਼ੂ ਕੀਤੇ ਨੇ, ਇਹ ਸਾਰੇ ਡਿਸਕਸ ਕਰਾਂਗੇ। ਬਣੇ ਰਹਿਓ ਵੀਡੀਓ ਦੇ ਐਂਡ ਤੱਕ। ਆਲ ਰਾਈਟ, ਸੋ ਦੇਖੋ ਇੱਥੇ ਹੋ ਕੀ ਰਿਹਾ ਕਿ ਅਸੀਂ ਗੱਲ ਕਰ ਰਹੇ ਹਾਂ ਬੌਂਡਸ ਦੀ, ਤੇ ਕਿਹੜੇ ਬੌਂਡਸ ਦੀ, ਗ੍ਰੀਨ ਬੌਂਡਸ ਦੀ। ਫਸਟ ਆਫ ਆਲ ਪਹਿਲਾਂ ਗੱਲ ਕਰਾਂਗੇ ਇਹ ਬੌਂਡ ਕੀ ਹੁੰਦਾ ਹੈ। ਬੌਂਡ ਇੱਕ ਫਾਈਨੈਂਸ਼ੀਅਲ ਇੰਸਟਰੂਮੈਂਟ ਹੁੰਦਾ ਹੈ ਜਿਹਨੂੰ ਸਰਕਾਰ ਜਾਂ ਫਿਰ ਕੋਈ ਵੀ ਇਸ਼ੂ ਕਰ ਸਕਦਾ ਹੈ, ਗਵਰਨਮੈਂਟ ਇਸ਼ੂ ਕਰ ਸਕਦੀ ਹੈ ਇਹਨੂੰ, ਕਾਰਪੋਰੇਟ ਵੀ ਇਸ਼ੂ ਕਰ ਸਕਦਾ ਹੈ, ਮਾਰਕੀਟ ਵੀ ਇਸ਼ੂ ਕਰ ਸਕਦੀ ਹੈ ਇਹਨੂੰ, ਰਾਈਟ। ਕਹਿੰਦਾ ਮਤਲਬ ਪ੍ਰਾਈਵੇਟ ਪਲੇਅਰ ਵੀ ਇਸ਼ੂ ਕਰ ਸਕਦੇ ਨੇ, ਪ੍ਰਾਈਵੇਟ ਕੰਪਨੀਆਂ ਵੀ ਇਸ਼ੂ ਕਰ ਸਕਦੀਆਂ ਨੇ। ਤੇ ਇਹਦੇ ਵਿੱਚ ਹੋ ਕੀ ਰਿਹਾ ਹੈ, ਤੁਸੀਂ ਬੌਂਡ ਇਸ਼ੂ ਕਰਕੇ ਮਨੀ ਰੇਜ਼ ਕਰ ਰਹੇ ਹੋ ਕਿ ਜਿਹੜਾ ਵੀ ਪਲੇਅਰ ਬੌਂਡ ਇਸ਼ੂ ਕਰੇਗਾ ਉਹ ਬੌਂਡ ਤੇ ਕੁਝ ਨਾ ਕੁਝ ਰਿਟਰਨ ਦੇਗਾ, ਠੀਕ ਹੈ। ਜਿਵੇਂ ਮੰਨ ਲਓ ਕਿ ਮੈਂ ਬੌਂਡ ਇਸ਼ੂ ਕਰ ਰਿਹਾ ਤੇ ਮੈਂ ਦੱਸਾਂਗਾ ਕਿ ਹਾਂ ਵੀ ਮੈਂ ਇੰਨਾ ਪੈਸਾ ਰੇਜ਼ ਕਰਨ ਲਈ ਬੌਂਡ ਇਸ ਅਮਾਉਂਟ ਦਾ ਇਸ਼ੂ ਕਰ ਰਿਹਾ, ਤੇ ਤੁਸੀਂ ਜੇ ਇਨਵੈਸਟ ਕਰਨਾ ਚਾਹੁੰਦੇ ਹੋ ਯੂ ਕੈਨ ਇਨਵੈਸਟ ਯੂਰ ਮਨੀ ਐਂਡ ਯੂ ਵਿਲ ਗੈਟ ਦਿਸ ਮਚ ਰਿਟਰਨ ਔਨ ਯੂਰ ਇਨਵੈਸਟਮੈਂਟ, ਰਾਈਟ। दैट इज द बेसिक फंडा है which is working here। ਹੁਣ ਗੱਲ ਹੁੰਦੀ ਹੈ ਕਿ ਬਈ ਸੋਵਰਨ ਬੌਂਡ ਕੀ ਹੁੰਦਾ ਹੈ। ਦੇਖੋ, ਸੋਵਰਨ ਬੌਂਡ ਦਾ ਮਤਲਬ ਸਿੱਧਾ ਹੋ ਗਿਆ ਕਿ ਜਿਹੜਾ ਸੋਵਰਨ ਇਸ਼ੂ ਕਰ ਰਿਹਾ ਹੈ। ਸੋਵਰਨ ਕੌਣ ਹੈ? ਸਰਕਾਰ ਹੈ ਜਾਂ ਫਿਰ ਸਟੇਟ ਜਿਹਨੂੰ ਅਸੀਂ ਕਹਿ ਦਿੰਦੇ ਆ, ਜਾਂ ਫਿਰ ਗਵਰਨਮੈਂਟ ਕਹਿ ਦਿੰਦੇ ਆ ਬੇਸਿਕਲੀ, ਹੈ ਨਾ। ਤੇ ਜਦੋਂ ਗਵਰਨਮੈਂਟ ਇਟਸੈਲਫ ਇਜ਼ ਇਸ਼ੂਇੰਗ ਬੌਂਡਸ ਦੈਨ ਵੀ ਕੈਨ ਸੇ ਇਟ ਇਜ਼ ਅ ਸੋਵਰਨ ਬੌਂਡ। ਹੁਣ ਗੱਲ ਹੋ ਰਹੀ ਹੈ ਕਿ ਬਈ ਗ੍ਰੀਨ ਸੋਵਰਨ ਬੌਂਡ ਜਾਂ ਫਿਰ ਸੋਵਰਨ ਗ੍ਰੀਨ ਬੌਂਡ ਕੀ ਹੈ, ਇਹਦੇ ਬਾਰੇ ਡਿਸਕਸ ਕਰਦੇ ਹਾਂ। ਦੇਖੋ, ਇਹ ਇਦਾਂ ਦਾ ਫਾਈਨੈਂਸ਼ੀਅਲ ਇੰਸਟਰੂਮੈਂਟ ਹੈ ਜਿੱਥੇ ਤੁਸੀਂ ਜਿਹੜੀ ਵੀ ਆਪਣੀ ਇਨਵੈਸਟਮੈਂਟ ਪੁੱਟ ਕਰ ਰਹੇ ਹੋ ਜਾਂ ਫਿਰ ਜੋ ਮਨੀ ਰੇਜ਼ ਕਰ ਰਹੇ ਹੋ, that will be used in environmentally sustainable and climate sustainable projects। ਕਿ ਉਹ ਪੈਸਾ ਜਿਹੜਾ ਗ੍ਰੀਨ ਬੌਂਡ ਨੂੰ ਇਸ਼ੂ ਕਰਕੇ ਮੋਬਿਲਾਈਜ਼ ਕੀਤਾ ਜਾਏਗਾ, ਰਾਈਟ, all that money that will be used for setting up or financing such projects which are environmentally sustainable। ਤੇ ਇਹ ਪ੍ਰੋਜੈਕਟ ਵੇਰੀਡ ਹੋ ਸਕਦੇ ਨੇ, ਕਿਸੇ ਵੀ ਤਰੀਕੇ ਦੇ ਪ੍ਰੋਜੈਕਟ ਨੂੰ ਫੰਡ ਕਰ ਸਕਦੇ ਹੋ ਤੁਸੀਂ ਰੀਨਿਊਏਬਲ એનર્ਜੀ ਨੂੰ, એનર્ਜੀ ਐਫੀਸ਼ੀਐਂਸੀ ਨੂੰ, ਕਲੀਨ ਟਰਾਂਸਪੋਰਟੇਸ਼ਨ, ਵਾਟਰ ਵੇਸਟ ਮੈਨੇਜਮੈਂਟ, ਪੋਲਿਊਸ਼ਨ ਪ੍ਰੀਵੈਂਸ਼ਨ ਐਂਡ ਕੰਟਰੋਲ ਐਂਡ ਈਵਨ ਗ੍ਰੀਨ ਬਿਲਡਿੰਗਸ। ਗ੍ਰੀਨ ਬਿਲਡਿੰਗਸ ਦਾ ਮਤਲਬ ਜਿੱਥੇ ਇਲੈਕਟ੍ਰਿਸਿਟੀ ਦੀ ਕੰਜ਼ੰਪਸ਼ਨ ਬਹੁਤ ਜ਼ਿਆਦਾ ਰਿਡਿਊਸਡ ਹੋਵੇ ਜਾਂ ਫਿਰ ਅਸੀਂ ਬੜੇ ਐਫੀਸ਼ੀਐਂਟਲੀ ਇਲੈਕਟ੍ਰਿਸਿਟੀ ਨੂੰ ਯੂਜ਼ ਕਰ ਰਹੇ ਹਾਂ, ਰਾਈਟ। ਕਿਉਂਕਿ obviously we know that ਇਲੈਕਟ੍ਰਿਸਿਟੀ ਜਨਰੇਟ ਕਰਨ ਲਈ ਵੀ we use coal, right, and that deteriorates environment, that has adverse impact on the environment। ਤੇ it can be used for any different project, but ਉਹ project ਕੀ ਹੋਣਾ ਚਾਹੀਦਾ ਹੈ? environmentally sustainable ਹੋਣਾ ਚਾਹੀਦਾ ਹੈ, environment ਨੂੰ ਨੁਕਸਾਨ ਨਾ ਪਹੁੰਚਾਵੇ, ਇਦਾਂ ਦਾ ਪ੍ਰੋਜੈਕਟ ਹੋਣਾ ਚਾਹੀਦਾ ਹੈ। then ਇਹ ਜਿਹੜਾ ਗ੍ਰੀਨ ਬੌਂਡ ਟਰਮ ਹੈ ਇਹਨੂੰ ਕਦੇ ਸਿਨੋਨਿਮ ਦੇ ਤੌਰ ਤੇ ਜਾਂ ਫਿਰ ਇੰਟਰਚੇਂਜੇਬਲੀ ਯੂਜ਼ ਕੀਤਾ ਜਾਂਦਾ ਹੈ ਐਜ਼ ਕਲਾਈਮੇਟ ਬੌਂਡ ਜਾਂ ਫਿਰ ਸਸਟੇਨੇਬਲ ਬੌਂਡ। So even if you come across such words or phrases that is climate bond or sustainable bond in the newspaper or maybe in your exam also in PCS, right? So don't get confused. It is just a green bond which is being referred to by another name, that is climate bond or sustainable bond। All right, ਹੁਣ ਦੇਖੋ ਇੱਕ ਹੋਰ ਚੀਜ਼ ਇੱਥੇ ਕਿ ਬਈ blue bond ਕੀ ਹੁੰਦਾ ਹੈ। So blue bond is a subtype of green bond, but since blue here is representing water, right, ਤੇ ਇੱਥੇ ਸਾਡਾ ਕੰਸਰਨ ਕੀ ਹੈ? ਸਾਡਾ ਕੰਸਰਨ ਹੈ ਕਿ ਓਸ਼ਨ ਦੇ ਜਿਹੜੇ ਵੀ ਪ੍ਰੋਜੈਕਟ ਨੇ ਜਾਂ ਫਿਰ ਓਸ਼ਨ ਨੂੰ ਲੈ ਕੇ ਰਿਲੇਟਡ, ਓਸ਼ਨਸ ਦੇ ਰਿਲੇਟਡ ਜਿਹੜੇ ਵੀ ਪ੍ਰੋਜੈਕਟਸ ਨੇ
they should be also sustainable, they should also be ਰਿਲੇਟਡ ਟੂ ਓਸ਼ਨ ਕੰਜ਼ਰਵੇਸ਼ਨ। ਤੇ ਬਲੂ ਬੌਂਡ ਨੂੰ ਇਸ਼ੂ ਕਰਕੇ ਜਿਹੜਾ ਵੀ ਪੈਸਾ ਰੇਜ਼ ਕੀਤਾ ਜਾਂਦਾ ਹੈ ਜਾਂ ਬਲੂ ਬੌਂਡ ਨੂੰ ਇਸ਼ੂ ਕਰਕੇ ਜੋ ਵੀ ਮਨੀ ਮੋਬਿਲਾਈਜ਼ ਕੀਤੀ ਜਾਂਦੀ ਹੈ, that is used to finance the projects which are related to ocean conservation, right? So that is the idea behind blue bonds. So ਸਾਡਾ United Nations ਦਾ ਇੱਕ we also have a sustainable development goal। ਕਿਹੜਾ ਨੰਬਰ ਹੈ ਗੋਲ ਦਾ? ਟਾਈਪ ਕਰਕੇ ਦੱਸ ਸਕਦੇ ਹੋ ਕਮੈਂਟ ਬਾਕਸ ਵਿੱਚ। ਕਮੈਂਟ ਬਾਕਸ ਵਿੱਚ ਕੋਈ ਦੱਸ ਸਕਦਾ ਹੈ ਕਿ ਕਿਹੜਾ SDG ਹੈ ਜਿਹੜਾ ਡੀਲ ਕਰਦਾ ਹੈ ਲਾਈਫ ਬਿਲੋ ਵਾਟਰ। You have a United Nations SDG which deals specifically with the conservation of life below water, right? ਤੇ ਇੱਥੇ ਕੀ ਹੈ ਕਿ ਬਲੂ ਬੌਂਡਸ ਉਸੇ ਵਿੱਚ ਡੀਲ ਕਰ ਰਹੇ ਨੇ, ਉਸੇ ਸਸਟੇਨੇਬਲ ਡਿਵੈਲਪਮੈਂਟ ਗੋਲ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, right? So we can say blue bonds ਜਿਹੜੇ ਨੇ they are a subtype or a subset of the green bonds, ਠੀਕ ਹੈ? ਤੇ ਇਦਾਂ ਮੈਂ ਇੱਕ ਹੋਰ ਸਟੇਟਮੈਂਟ ਬਣਾ ਸਕਦਾ ਹਾਂ ਇਸ ਫੈਕਟ ਨੂੰ ਯੂਜ਼ ਕਰਕੇ ਜਾਂ ਇਸ ਅੰਡਰਸਟੈਂਡਿੰਗ ਨੂੰ ਯੂਜ਼ ਕਰਕੇ that all the blue bonds are green bonds, ਹੈ ਨਾ? ਕਿਉਂਕਿ এনवायरमेंट ਸਸਟੇਨੇਬਲ ਭਾਵੇਂ ਲੈਂਡ ਤੇ ਪ੍ਰੋਜੈਕਟ ਹੋਵੇ ਭਾਵੇਂ ਓਸ਼ਨ ਦੇ ਜਾਂ ਵਾਟਰ ਦੇ ਥੱਲੇ ਹੋਵੇ, ਸੀਜ਼ ਵਿੱਚ ਹੋਵੇ, ਓਸ਼ਨ ਵਿੱਚ ਹੋਵੇ, ਉਹ ਕੀ ਹੋਏਗਾ? ਗ੍ਰੀਨ ਬੌਂਡ। ਬਟ ਸਪੈਸੀਫਿਕਲੀ ਜੇ ਓਸ਼ਨ ਲਈ ਇਟ ਵਿਲ ਬੀ ਬਲੂ ਬੌਂਡ। ਸੋ ਆਲ ਦ ਬਲੂ ਬੌਂਡਸ ਆਰ ਗ੍ਰੀਨ ਬੌਂਡਸ ਬਟ ਆਲ ਦ ਗ੍ਰੀਨ ਬੌਂਡਸ ਆਰ ਨਾਟ ਬਲੂ ਬੌਂਡਸ, ਕਿਉਂਕਿ ਗ੍ਰੀਨ ਬੌਂਡ ਹੋ ਸਕਦਾ ਹੈ ਓਸ਼ਨ ਦੇ ਬਿਲੋ ਜਾਂ ਓਸ਼ਨ ਦੀ ਰਿਸੋਰਸਸ ਨੂੰ ਜਾਂ ਫਿਰ ਲੈਂਡ ਦੀ ਕਿਸੇ ਰਿਸੋਰਸਸ ਨੂੰ ਕੰਜ਼ਰਵ ਕਰਨ ਲਈ ਜੋ ਵੀ ਪ੍ਰੋਜੈਕਟ ਲਗਾਇਆ ਜਾ ਰਿਹਾ ਹੈ ਉੱਥੇ ਯੂਜ਼ ਕੀਤਾ ਜਾਏ ਉਹ ਪੈਸਾ, ਠੀਕ ਹੈ ਜੀ। Alright, so I hope green bond and blue bond clear ਹੈ। ਅੱਗੇ ਵਧਦੇ ਹਾਂ ਕਿ green bond ਦੁਨੀਆ ਭਰ ਵਿੱਚ ਇੱਕ ਬਰੀਫ ਅਸੀਂ ਜੇ ਹਿਸਟਰੀ ਦੇਖੀਏ ਕਿ ਕਿੱਦਾਂ ਐਵੋਲੂਸ਼ਨ ਹੋਇਆ ਹੈ, ਤੇ green bond ਪਹਿਲਾ ਇਸ਼ੂ ਕੀਤਾ ਗਿਆ ਸੀ 2007 ਵਿੱਚ। ਕਿੱਥੋਂ? ਯੂਰੋਪੀਅਨ ਇਨਵੈਸਟਮੈਂਟ ਬੈਂਕ ਨੇ ਇਸ਼ੂ ਕੀਤਾ ਸੀ। ਦੈਨ ਇਨ 2014 UK ਵਿੱਚ ਹੀ B ਇਲੈਕਟ੍ਰਿਕ ਸੋਲਰ ਨੇ ਪਹਿਲਾ ਸਰਟੀਫਾਈਡ ਕਲਾਈਮੇਟ ਬੌਂਡ ਇਸ਼ੂ ਕੀਤਾ ਇਨ 2014 ਐਂਡ ਉਸ ਤੋਂ ਬਾਅਦ ਤੁਸੀਂ ਦੇਖੋ ਇਟ ਹੈਜ਼ ਬੀਨ ਅ ਫਲੱਡਿੰਗ ਆਫ ਇਨਵੈਸਟਮੈਂਟ। 2015 ਵਿੱਚ ਗ੍ਰੀਨ ਬੌਂਡ ਮਾਰਕੀਟ ਜਿਹੜੀ ਹੈ ਉਹਨੇ ਹਿੱਟ ਕੀਤਾ $100 ਬਿਲੀਅਨ ਦਾ ਮਾਰਕ, $100 ਬਿਲੀਅਨ ਦਾ ਮਾਰਕ। ਦੈਨ 2016 ਵਿੱਚ ਫਰਸਟ ਗ੍ਰੀਨ ਸੋਵਰਨ ਜਿਹੜਾ ਹੈ ਇਸ਼ੂ ਕੀਤਾ ਗਿਆ ਬਾਏ ਪੋਲੈਂਡ, ਰਾਈਟ? ਫਿਰ 2017 ਵਿੱਚ ਦੇਖੋ ਫਰਾਂਸ ਨੇ ਐਂਟਰ ਕੀਤਾ ਗ੍ਰੀਨ ਬੌਂਡ ਮਾਰਕੀਟ ਵਿੱਚ ਐਂਡ ਦੈਟ ਟਾਈਮ ਇਟ ਬਿਕੇਮ ਦ ਲਾਰਜੈਸਟ ਸੋਵਰਨ ਟੂ ਦ ਡੇਟ ਟੂ ਇਸ਼ੂ ਗ੍ਰੀਨ ਬੌਂਡਸ। ਦੈਨ ਫੀਜੀ ਨੇ ਐਂਟਰ ਕੀਤਾ, ਨਾਈਜੀਰੀਆ ਨੇ ਐਂਟਰ ਕੀਤਾ ਐਂਡ ਇੱਥੋਂ ਅਸੀਂ 2015 ਵਿੱਚ ਕਿੱਥੇ ਸੀਗਾ? $100 ਬਿਲੀਅਨ। 2017 ਵੀ ਹਿੱਟ $250 ਬਿਲੀਅਨ, $250 ਬਿਲੀਅਨ ਦੀ ਮਾਰਕੀਟ ਬਣ ਗਈ ਗ੍ਰੀਨ ਬੌਂਡਸ ਦੀ, ਰਾਈਟ? ਦੈਨ 2018 ਵਿੱਚ ਇੰਡੋਨੇਸ਼ੀਆ, ਬੈਲਜੀਅਮ, ਲਿਥੁਆਨੀਆ ਇਨ ਸਾਰਿਆਂ ਨੇ ਵੀ ਜੁਆਇਨ ਕਰ ਲਿਆ ਐਂਡ ਗ੍ਰੀਨ ਬੌਂਡ ਮਾਰਕੀਟ ਪਹੁੰਚ ਗਈ $517 ਬਿਲੀਅਨ। ਤੁਸੀਂ ਦੇਖ ਰਹੇ ਹੋ ਕਿੱਦਾਂ ਇਨਵੈਸਟਮੈਂਟ ਇਨਕਰੀਜ਼ ਕਰਦੀ ਜਾ ਰਹੀ ਹੈ। ਇਨਵੈਸਟਰਸ ਨੂੰ ਕਿੱਦਾਂ ਲੱਗ ਰਿਹਾ ਕਿ this is a lucrative opportunity, this is a good return which can be taken through green bonds or investing in green bonds. Then in 2019 Netherlands became the largest certified sovereign to issue the green bonds. चिली ने भी ज्वाइन कर लिया एंड अपनी ग्रीन बॉन्ड की मार्केट ਜਿਹੜੀ ਹੈ ਉਹ $700 ਬਿਲੀਅਨ ਦਾ ਮਾਰਕ ਵੀ ਕ੍ਰਾਸ ਕਰ ਗਈ, ਨੀਅਰਿੰਗ $800 ਬਿਲੀਅਨ ਮਾਰਕ, ਠੀਕ ਹੈ? ਤੇ ਮੇਨ ਬਿਗ ਬੂਸਟ ਆਇਆ ਕਿ ਅਸੀਂ ਪਹੁੰਚ ਗਏ $1 ट्रिलियन in the year 2020 ਕਿ ਇੱਥੇ ਜਾ ਕੇ ਗ੍ਰੀਨ ਬੌਂਡ ਮਾਰਕੀਟ ਜਿਹੜੀ ਹੈ ਉਹਨੇ $1 ट्रिलियन ਦਾ ਮਾਰਕ ਟੱਚ ਕਰ ਲਿਆ which is a milestone in mobilizing investment through the green bonds। ਤੇ ਇਦਾਂ ਐਵੋਲੂਸ਼ਨ ਹੋਇਆ ਹੈ ਵਰਲਡ ਵਾਈਡ ਗ੍ਰੀਨ ਬੌਂਡ ਦੇ ਥਰੂ ਮਨੀ ਮੋਬਿਲਾਈਜ਼ ਕਰਨ ਦਾ। ਹੁਣ ਗੱਲ ਕਰਦੇ ਹਾਂ ਕਿ ਇੰਡੀਆ ਸਪੈਸੀਫਿਕ ਜਾਂ ਫਿਰ ਮੇਜਰ ਬੈਨੀਫਿਟਸ ਕੀ ਹੋ ਸਕਦੇ ਨੇ। ਤੇ ਦੇਖੋ ਪਹਿਲੀ ਗੱਲ ਤੇ ਇਹ ਲੌਂਗ ਟਰਮ ਫਾਈਨੈਂਸ ਪ੍ਰੋਵਾਈਡ ਕਰ ਰਿਹਾ ਹੈ এনवायरमेंटली ਸਸਟੇਨੇਬਲ ਪ੍ਰੋਜੈਕਟਸ ਲਈ ਕਿ ਅਸੀਂ ਲੋ ਕਾਰਬਨ ਰੈਜ਼ਿਲੀਐਂਟ ਪ੍ਰੋਜੈਕਟਸ ਨੂੰ ਇੱਥੇ ਯੂਜ਼ ਕਰਾਂਗੇ ਜਾਂ ਫਿਰ ਬਿਲਡ ਕਰਾਂਗੇ, ਇਨਵੈਸਟ ਕਰਾਂਗੇ ਉਹਦੇ ਵਿੱਚ। ਸੋ ਦੈਟ ਇਜ਼ ਪ੍ਰੋਵਾਈਡਿੰਗ ਯੂ ਲੌਂਗ ਟਰਮ ਫਾਈਨੈਂਸ। ਦੂਜਾ ਇਨਵੈਸਟਰਸ ਲਈ ਕਿੱਦਾਂ ਫਾਇਦਾ ਹੈ ਕਿ ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿ ਉਹਨਾਂ ਦਾ ਪੈਸਾ ਜਿਹੜਾ ਹੈ ਉਹ ਕਿਤੇ ਵੀ ਜਾ ਕੇ ਉਹਦੇ ਤੇ ਰਿਟਰਨ ਘੱਟ ਹੋਏਗੀ। Return is good and on top of that what is the icing on the cake कि your money is getting invested into something which is not deteriorating the environment, which is not having any kind of adverse impact on the environment कि nature ਨੂੰ environment ਨੂੰ ਪ੍ਰਕਿਰਤੀ ਨੂੰ ਕਿਸੇ ਵੀ ਤਰੀਕੇ ਦਾ ਨੁਕਸਾਨ ਨਹੀਂ ਪਹੁੰਚੇਗਾ ਤੁਹਾਡੇ ਪੈਸੇ ਨੂੰ ਯੂਜ਼ ਕਰਕੇ ਜਿਹੜੀ ਵੀ ਅੱਗੇ ਇਨਵੈਸਟਮੈਂਟ ਕੀਤੀ ਜਾਏਗੀ। So that is going to be a big boost or you can say a big relaxations ਜਿਹੜੇ ਇਨਵੈਸਟਰ ਸੋਚਦੇ ਨੇ ਕਿ ਯਾਰ ਸਾਡਾ ਪੈਸਾ ਉੱਥੇ ਹੀ ਇਨਵੈਸਟ ਕਰੀਏ ਜਿੱਥੇ ਨੇਚਰ ਨੂੰ ਨੁਕਸਾਨ ਨਾ ਪਹੁੰਚੇ, एनवायरमेंटली सस्टेनेबल प्रोजेक्ट्स होण, ਉੱਥੇ ਅਸੀਂ ਪੈਸਾ ਲਾਣਾ ਚਾਹੁੰਦੇ ਆ, ਉੱਥੇ ਅਸੀਂ ਪੈਸਾ ਇਨਵੈਸਟ ਕਰਨਾ ਚਾਹੁੰਦੇ ਆ। ਸੋ ਗ੍ਰੀਨ ਬੌਂਡਸ ਕੈਰੀ ਐਨ एनवायरमेंट ਬੈਨੀਫਿਟ ਵਿਦਆਊਟ ਸੈਕਰੀਫਾਈਸਿੰਗ ਫਾਈਨੈਂਸ਼ੀਅਲ ਰਿਟਰਨ ਕਿ ਤੁਹਾਡੇ ਪੈਸੇ ਤੇ ਤੁਹਾਨੂੰ ਰਿਟਰਨ ਵੀ ਮਿਲ ਰਿਹਾ।
ਸੋ ਦੈਟ ਇਜ਼ ਅ ਬਿਗ ਪਲੱਸ ਫॉर द ਇਨਵੈਸਟਰਸ। ਜੇ ਅਸੀਂ ਗੱਲ ਕਰੀਏ ਫਰੋਮ ਦ ਇਸ਼ੂਅਰਸ ਪਰਸਪੈਕਟਿਵ ਕਿ ਜਿਹੜਾ ਬੌਂਡ ਨੂੰ ਇਸ਼ੂ ਕਰ ਰਿਹਾ ਭਾਵੇਂ ਉਹ ਸੋਵਰਨ ਹੋਵੇ ਭਾਵੇਂ ਉਹ ਕੋਈ ਹੋਰ ਹੋਵੇ, ਰਾਈਟ, ਬਟ ਇੱਥੇ ਅਸੀਂ ਕਿਹਦੀ ਗੱਲ ਕਰ ਰਹੇ ਹਾਂ, ਵੀ ਆਰ ਟਾਕਿੰਗ ਅਬਾਊਟ ਸੋਵਰਨ, ਜਿਹੜੀ ਕਿ ਸਰਕਾਰ ਹੁੰਦੀ ਹੈ, ਗਵਰਨਮੈਂਟ ਹੁੰਦੀ ਹੈ। ਤੇ ਸਰਕਾਰ ਨੂੰ ਇਟ ਵਿਲ ਗੈਟ ਨਿਊ, ਯੂ ਕੈਨ ਸੇ ਇਨਵੈਸਟਰਸ, ਇਹਦੇ ਕੋਲ ਇਨਵੈਸਟਮੈਂਟ ਦੀ ਓਪਰਚੁਨਿਟੀਜ਼ ਵੱਧ ਜਾਣਗੀਆਂ। ਇਨਵੈਸਟਮੈਂਟ ਮਤਲਬ ਕਿ ਇਨਵੈਸਟਮੈਂਟ ਨਵੀਆਂ ਲਿਆਉਣ ਦੀ ਜਿਹੜਾ ਕਹ ਲੋ ਕਿ ਓਪਰਚੁਨਿਟੀਜ਼ ਨੇ ਉਹ ਡਾਈਵਰਸਿਫਾਈ ਹੋ ਜਾਣਗੀਆਂ, right, that they can find new investors and they can attract people towards the mobilization of funds for projects which are going to be green or environmentally sustainable. So these can be certain benefits. Now moving on to India's perspective कि इत्थे India की कर रहा है। So देखो approval जड़ा है ये जड़ा finance ministry ने देता है, it will further strengthen India's commitment with respect to nationally determined contributions। ਤੁਸੀਂ ਸੁਣਿਆ ਹੋਵੇਗਾ NDCs, ਠੀਕ ਹੈ ਜੀ, ਜਿਹੜੇ ਅਸੀਂ ਡਿਸਕਸ ਕਰਦੇ ਹਾਂ ਕਿੱਥੇ, ਕਾਨਫਰੰਸ ਆਫ ਪਾਰਟੀਜ਼, ਕਿੱਥੇ ਇਹਨੂੰ ਅਡਾਪਟ ਕੀਤਾ ਗਿਆ ਸੀ, ਪੈਰਿਸ ਅਗਰੀਮੈਂਟ ਵਿੱਚ। ਕਾਨਫਰੰਸ ਆਫ ਪਾਰਟੀਜ਼ ਤੁਸੀਂ ਸੁਣਿਆ ਹੋਵੇਗਾ, ਹਲੇ ਵੀ COP27 ਇਜ਼ ਇਨ ਨਿਊਜ਼ ਰਾਈਟ ਨਾਓ, ਠੀਕ ਹੈ ਜੀ, 27th ਐਡੀਸ਼ਨ। ਤੇ ਉਹਦੇ ਲਈ ਸਾਡਾ ਕੰਟਰੀਬਿਊਸ਼ਨ ਇਨਕਰੀਜ਼ ਹੋਇਆ ਹੈ, ਉਹਦੇ ਲਈ ਸਾਡੀ ਕਹਿ ਲਓ ਕਿ ਇੱਕ ਤਰੀਕੇ ਨਾਲ ਇੰਡੀਆ ਦੀ ਕੀ ਹੋਇਆ ਹੈ ਕਿ ਇੰਡੀਆਜ਼ ਸਟਰੈਂਥ ਇਨਕਰੀਜ਼ ਹੋਈ ਹੈ, ਕਿ ਅਸੀਂ ਦੁਨੀਆ ਨੂੰ ਕਹਿ ਸਕਦੇ ਹਾਂ ਕਿ ਦੇਖੋ ਡਿਵੈਲਪਿੰਗ ਪਾਰਟ ਹੈ ਜਿਹੜਾ ਦੁਨੀਆ ਦਾ, ਇੰਡੀਆ ਜਿਹੜਾ ਹੈ ਉਹ ਆਪਣੇ ਵੱਲੋਂ ਸਾਰਾ ਕੁਝ ਕਰ ਰਿਹਾ ਹੈ, ਜੋ whatever is in our hands we are doing to promote sustainability element in economic growth. Then it will help in attracting global and domestic investments, ਕਿ ਤੁਸੀਂ ਬਾਹਰੋਂ ਵੀ ਇਨਵੈਸਟਮੈਂਟ ਅਟਰੈਕਟ ਕਰੋਗੇ, ਤੁਸੀਂ ਡੋਮੈਸਟਿਕ ਚੈਨਲਸ ਦੇ ਥਰੂ ਵੀ ਇਨਵੈਸਟਮੈਂਟ ਨੂੰ ਅਟਰੈਕਟ ਕਰੋਗੇ ਇਨ ਐਲੀਜੀਬਲ ਗ੍ਰੀਨ ਪ੍ਰੋਜੈਕਟਸ। ਐਂਡ ਲਾਸਟਲੀ ਸਰਕਾਰ ਕੀ ਮੋਬਿਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ 16,000 ਕਰੋੜ ਗ੍ਰੀਨ ਪ੍ਰੋਜੈਕਟਸ ਨੂੰ ਫੰਡ ਕਰਨ ਲਈ, ਵਿਚ ਇਜ਼ ਅ ਹੈਂਡਸਮ ਅਮਾਉਂਟ ਆਫ ਮਨੀ, ਰਾਈਟ। ਫਿਰ ਇੱਕ ਫਾਈਨੈਂਸ ਕਮੇਟੀ ਜਾਂ ਫਿਰ ਗ੍ਰੀਨ ਫਾਈਨੈਂਸ ਵਰਕਿੰਗ ਕਮੇਟੀ ਨੂੰ ਐਸਟੈਬਲਿਸ਼ ਕੀਤਾ ਗਿਆ ਬਾਈ ਦੀ ਮਿਨਿਸਟਰੀ ਆਫ ਫਾਈਨੈਂਸ ਐਂਡ it will have representation from relevant ministries। किसी एक कल्ले मिनिस्ट्री ਦੀ representation नहीं होएगी, अलग-अलग ministries ਦੀ as per requirement representation होएगी, but हाँ chair कौन करेगा, chief economic advisor chair करेगा। so इस चीज ਨੂੰ ਧਿਆਨ ਰੱਖਿਓ, it can be a factual question that can be asked in prelims। then committee ਜਿਹੜੀ ਹੈ that will meet at least twice in an year, ਜਾਂ ਫਿਰ ਕਹਿ ਲਓ ਕਿ ਹਰ 6 ਮਹੀਨੇ ਵਿੱਚ ਇੱਕ ਕਮੇਟੀ ਮਿਲੇਗੀ and ਇਹ ਕੀ ਕਰੇਗੀ, ਇਹ select ਕਰੇਗੀ and evaluate ਕਰੇਗੀ। ਇਹਦਾ ਕੰਮ ਹੋਏਗਾ ਕਿ ਪ੍ਰੋਜੈਕਟਸ ਨੂੰ ਚੁਣਨਾ, ਉਹਨਾਂ ਨੂੰ ਇਵੈਲੂਏਟ ਕਰਨਾ, ਜਿਹਨੂੰ ਅਸੀਂ ਫਾਈਨੈਂਸ ਜਾਂ ਫਿਰ ਫੰਡ ਪ੍ਰੋਵਾਈਡ ਕਰਾਂਗੇ ਥਰੂ ਦਾ ਗ੍ਰੀਨ ਬੌਂਡਸ, ਤੇ ਉਹਨਾਂ ਨੂੰ ਇਵੈਲੂਏਟ ਕਰਨਾ ਐਂਡ ਸਿਲੈਕਟ ਕਰਨਾ ਕਿਹਦੀ ਟਾਸਕ ਹੋਏਗੀ, ਗ੍ਰੀਨ ਫਾਈਨੈਂਸ ਵਰਕਿੰਗ ਕਮੇਟੀ GFWC ਦੀ ਟਾਸਕ ਹੋਏਗੀ, ਠੀਕ ਹੈ ਜੀ। ਸੋ ਆਈ ਹੋਪ ਚੀਜ਼ਾਂ ਕਲੀਅਰ ਨੇ ਤੁਹਾਨੂੰ, ਕਰੰਟ ਅਪਡੇਟ ਕਰਦੇ ਰਹੋ। ਦੇਖੋ GS3 ਜਿਹੜਾ ਹੈ that is a dynamic paper, ਮੈਂ ਪਹਿਲਾਂ ਵੀ ਕਹਿੰਦਾ ਰਹਿਣਾ ਕਈ ਵਾਰੀ ਕਿ ਤੁਹਾਡਾ ਜਿਹੜਾ GS3 ਦਾ ਪੇਪਰ ਹੈ that is dynamic। ਸਟੈਟਿਕ ਦਾ ਪੋਰਸ਼ਨ ਜਿਹੜਾ ਹੈ ਉਹਨੂੰ ਹਮੇਸ਼ਾ ਇੰਟੀਗ੍ਰੇਟ ਕਰਕੇ ਪੁੱਛਿਆ ਜਾਂਦਾ ਡਾਇਨਾਮਿਕ ਦੇ ਨਾਲ, ਰਾਈਟ। ਸੋ ਦੈਟ ਇਜ਼ ਵਾਈ ਯੂ ਨੀਡ ਟੂ ਕੀਪ ਯੋਰਸੈਲਫ ਅਬ੍ਰੈਸਟ ਵਿਦ ਦ ਲੇਟੈਸਟ ਕਰੰਟ ਅਫੇਅਰਸ, ਠੀਕ ਹੈ। ਸੋ ਅੱਜ ਦੇ ਲਈ ਇੰਨਾ ਹੀ, ਮਿਲਾਂਗੇ ਅਗਲੇ ਸੈਸ਼ਨ ਵਿੱਚ। ਜੇ ਤੁਹਾਨੂੰ ਪਸੰਦ ਆਇਆ, ਜੇ ਤੁਸੀਂ ਕੁਝ ਗੇਨ ਕੀਤਾ ਇਸ ਵੀਡੀਓ ਵਿੱਚ, ਇਸ ਵੀਡੀਓ ਨੂੰ ਸੁਣ ਕੇ, ਸੋ ਜਾਂਦੇ ਜਾਂਦੇ ਪਲੀਜ਼ ਹਿੱਟ ਦੈਟ ਲਾਈਕ ਬਟਨ। ਆਲਰਾਈਟ, ਸੋ ਸੀ ਯੂ ਨੈਕਸਟ ਟਾਈਮ, ਅੰਟਿਲ ਦੈਨ ਸਟੇ ਸੇਫ, ਟੇਕ ਕੇਅਰ। ਜੈ ਹਿੰਦ, ਜੈ ਭਾਰਤ, ਬਾਏ ਬਾਏ ਐਂਡ ਟੇਕ ਕੇਅਰ।